ਮੋਂਗਾ ਸਰ ਦੀ ਮੈਥ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸਕਰੀਨ ਤੇ ਤੁਸੀਂ ਵੇਖ ਰਹੇ ਹੋ ਜਮਾਤ 6ਵੀਂ ਦੁਹਰਾਈ ਨਵੰਬਰ ਨਮੂਨਾ ਪ੍ਰਸ਼ਨ ਪੱਤਰ ਗਣਿਤ, ਯਾਨੀ ਕਿ ਪੇਪਰ ਤੁਹਾਡੇ ਜਿਹੜੇ ਹੁਣ ਦਸੰਬਰ 'ਚ ਹੋਣੇ ਆ ਉਹਦੇ ਨਾਲ ਸੰਬੰਧਿਤ ਵਿਭਾਗ ਵੱਲੋਂ ਦੁਹਰਾਈ ਕਰਨ ਲਈ ਤੁਹਾਨੂੰ ਜਿਹੜਾ ਪ੍ਰਸ਼ਨ ਪੱਤਰ ਭੇਜਿਆ ਗਿਆ ਹੈ, ਆਪਾਂ ਉਸ ਦੇ ਪ੍ਰਸ਼ਨਾਂ ਦੇ ਹੱਲ ਤੇ ਚਰਚਾ ਕਰਦੇ ਹਾਂ। ਆਓ ਸ਼ੁਰੂ ਕਰੀਏ। ਕੁਐਸਚਨ ਨੰਬਰ 1, 2735 ਵਿੱਚ 5 ਦਾ ਸਥਾਨਕ ਮੁੱਲ ਪਤਾ ਕਰੋ। ਇੱਥੇ ਜਿਹੜੀਆਂ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਉਹਦੇ ਮੁਤਾਬਕ ਰਕਮ ਗਲਤ ਹੈ। ਇੱਥੇ ਇਹ ਹੋਣਾ ਚਾਹੀਦਾ ਸੀ ਕਿ 2735 ਵਿੱਚ 5 ਦਾ ਸਥਾਨ ਕਿਹੜਾ ਹੈ। 5 ਜਿੱਥੇ ਹੈ ਉਹ ਐਂਡ ਵਿੱਚ ਹੈ, ਉਹ ਇਕਾਈ ਦਾ ਸਥਾਨ ਹੈ। ਇਸ ਕਰਕੇ ਇਹਦੀ ਆਪਸ਼ਨ ਜਿਹੜੀ ਹੈਗੀ ਆ ਉਹ ਪਹਿਲੀ ਸਹੀ ਹੈ, ਪਰ ਰਕਮ ਦੇ ਵਿੱਚ ਜਿਹੜੀ ਗੱਲ ਲਿਖੀ ਗਈ ਹੈ ਸਥਾਨਕ ਮੁੱਲ ਉਹ ਗਲਤ ਹੈ। ਇੱਥੇ ਕੱਲਾ 5 ਦਾ ਸਥਾਨ ਪੁੱਛਿਆ ਜਾਣਾ ਚਾਹੀਦਾ ਸੀ, ਉਸ ਦਾ ਸਥਾਨ ਹੈ ਇਕਾਈ। ਆਪਸ਼ਨ ਏ ਸਹੀ ਹੈ। ਕੁਐਸਚਨ ਨੰਬਰ 1 ਦਾ ਹੀ ਭਾਗ ਦੂਸਰਾ, ਸਭ ਤੋਂ ਛੋਟੀ ਟਾਂਕ ਸੰਖਿਆ ਕਿਹੜੀ ਹੈ। ਅਸਲ ਵਿੱਚ ਆਪਾਂ ਇਹਨਾਂ ਵਿੱਚੋਂ ਹੀ ਸਭ ਤੋਂ ਛੋਟੀ ਟਾਂਕ ਸੰਖਿਆ ਪਤਾ ਕਰਨੀ ਹੈ। ਤੁਹਾਨੂੰ ਪਤਾ ਹੈ ਵੀ ਇੱਕ ਟਾਂਕ ਸੰਖਿਆ ਹੁੰਦੀ ਹੈ, ਪਰ -1 ਉਸ ਤੋਂ ਵੀ ਛੋਟੀ ਹੈ। ਇਸ ਕਰਕੇ ਇਹਨਾਂ ਸੰਖਿਆਵਾਂ ਵਿੱਚ ਸਭ ਤੋਂ ਛੋਟੀ ਤਿੰਨਾਂ ਵਿੱਚ -1 ਜਿਹੜਾ ਉਹ ਸਹੀ ਵਿਕਲਪ ਹੈ। ਇਸੇ ਤਰ੍ਹਾਂ ਇਸੇ ਹੀ ਪ੍ਰਸ਼ਨ ਦਾ ਤੀਸਰਾ ਭਾਗ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸਹਿ ਅਭਾਜ ਸੰਖਿਆਵਾਂ ਹਨ। ਤਾਂ ਇਹ ਜਿਹੜਾ ਜੋੜਾ ਲਿਖਿਆ ਹੋਇਆ ਹੈ, ਇਹ ਜੋੜੇ ਦੇ ਵਿੱਚ ਅਸੀਂ ਅਭਾਜ ਗੁਣਨਖੰਡ ਬਣਾਵਾਂਗੇ। ਜਿਨ੍ਹਾਂ ਸੰਖਿਆਵਾਂ ਦੇ ਅਨਭਾਜ ਗੁਣਨਖੰਡਾਂ ਵਿੱਚੋਂ ਕੁਝ ਵੀ ਸਾਂਝਾ ਨਾ ਹੋਵੇ ਉਹ ਸਹਿ ਅਭਾਜ ਸੰਖਿਆਵਾਂ ਹੈ। ਇੱਥੇ ਜੇ 18 ਦੇ ਗੁਣਨਖੰਡ ਬਣਾਉਣੇ ਆ ਤਾਂ ਉਹ ਬਣਨਗੇ 2 ਗੁਣਾ 3 ਗੁਣਾ 3, ਇਹ 18 ਦੇ ਅਭਾਜ ਗੁਣਨਖੰਡ ਹੈ। ਇਸੇ ਤਰ੍ਹਾਂ 35 ਦੇ ਗੁਣਨਖੰਡ ਬਣਾਵਾਂਗੇ, ਅਭਾਜ ਗੁਣਨਖੰਡ 5 ਗੁਣਾ 7 ਹੈ। ਤਾਂ ਇਹਨਾਂ ਤਿੰਨਾਂ ਗੁਣਨਖੰਡਾਂ ਵਿੱਚ ਕੋਈ ਵੀ ਅਜਿਹਾ ਨਹੀਂ ਜੋ 5 ਜਾਂ 7 ਹੋਵੇ, ਯਾਨੀ ਕਿ ਬੀ ਆਪਸ਼ਨ ਸਹੀ ਹੈ। ਬੀ ਦੀਆਂ ਦੋਨੇ ਸੰਖਿਆਵਾਂ ਦੇ ਅਭਾਜ ਗੁਣਨਖੰਡਾਂ ਵਿੱਚ ਕੁਝ ਵੀ ਸਾਂਝਾ ਨਹੀਂ ਹੈ, ਇਸ ਲਈ ਇਹ ਸਹਿ ਅਭਾਜ ਸੰਖਿਆਵਾਂ ਦਾ ਜੋੜਾ ਹੈ। ਪ੍ਰਸ਼ਨ ਨੰਬਰ 1 ਦਾ ਹੀ ਚੌਥਾ ਭਾਗ, ਹੇਠ ਲਿਖਿਆਂ ਵਿੱਚੋਂ ਕਿਸ ਬਹੁਭੁਜ ਦੇ ਵਿਕਰਨ ਨਹੀਂ ਹੁੰਦੇ। ਜਿਹੜੀ 3 ਭੁਜਾਵਾਂ ਵਾਲੀ ਜਿਹੜੀ ਬਹੁਭੁਜ ਹੁੰਦੀ ਹੈ, ਜਿਹਨੂੰ ਅਸੀਂ ਤ੍ਰਿਭੁਜ ਕਹਿੰਦੇ ਆ, ਇਹਦਾ ਕੋਈ ਵਿਕਰਨ ਨਹੀਂ ਹੁੰਦਾ। ਬਾਕੀ ਹਰੇਕ ਬਹੁਭੁਜ ਦਾ ਵਿਕਰਨ ਜਿਹੜਾ ਹੈ 2 ਜਾਂ 2 ਤੋਂ ਵੱਧ ਹੁੰਦੇ ਹੈ, ਪਰ ਤ੍ਰਿਭੁਜ ਦਾ ਕੋਈ ਵੀ ਵਿਕਰਨ ਨਹੀਂ ਹੁੰਦਾ। ਇਸੇ ਤਰ੍ਹਾਂ ਭਾਗ 5, ਕੋਣ ਮਾਪਕ ਕਿੰਨੇ ਡਿਗਰੀ ਤੱਕ ਕੋਣ ਮਾਪ ਸਕਦਾ ਹੈ। ਪਿਆਰੇ ਵਿਦਿਆਰਥੀਓ, ਜਿਹੜਾ ਆਪਣੇ ਜਿਓਮੈਟਰੀ ਬਾਕਸ ਵਿੱਚ ਕੋਣ ਮਾਪਕ ਆ, ਅਗਰ ਉਹਦੀ ਗੱਲ ਕੀਤੀ ਜਾਵੇ ਤਾਂ ਉਹ 180 ਡਿਗਰੀ ਤੱਕ ਹੀ ਉਸ ਨਾਲ ਆਪਾਂ ਕੋਣ ਮਾਪ ਸਕਦੇ ਹਾਂ। ਤਾਂ ਸੀ ਆਪਸ਼ਨ ਇਹਦੇ 'ਚ ਸਹੀ ਹੋਏਗਾ। ਇਸ ਤੋਂ ਬਾਅਦ 6ਵਾਂ ਭਾਗ ਜਿਹੜਾ ਹੈਗਾ ਇਸ ਦਾ, ਆਪਾਂ ਉਹਦੀ ਗੱਲ ਕਰੀਏ। -1 ਦੀ ਪਿਛੇਤਰ ਸੰਪੂਰਨ ਸੰਖਿਆ ਕਿਹੜੀ ਹੈ। ਪਿਆਰੇ ਵਿਦਿਆਰਥੀਓ, ਜਦੋਂ ਵੀ ਕਿਸੇ ਵੀ ਸੰਖਿਆ ਦਾ ਪਿਛੇਤਰ ਲੱਭਣਾ ਹੋਵੇ ਤਾਂ ਉਹ ਸੰਖਿਆ ਲਿਖੋ ਤੇ 1 ਘਟਾ ਦਿਓ। ਉਸ ਚੋਂ ਜਿਹੜਾ ਉੱਤਰ ਆਏਗਾ ਉਹ ਕੀ ਹੋਏਗਾ। ਇੱਥੇ -1 ਫਿਰ -1 ਹੈ ਤਾਂ ਮਾਈਨਸ ਦਾ 2 ਬਣ ਗਿਆ, ਯਾਨੀ ਕਿ ਸੀ ਆਪਸ਼ਨ ਹੈ ਇੱਥੇ ਉਹ ਸਹੀ ਜਵਾਬ ਹੈ। ਕੁਐਸਚਨ ਪਹਿਲੇ ਦਾ ਹੀ ਭਾਗ 7ਵਾਂ, ਸੁਰਿੰਦਰ ਅੱਧੀ ਰੋਟੀ ਖਾਂਦਾ ਹੈ ਅਤੇ ਰਵੀ 1 ਅਤੇ ਅੱਧੀ। ਇਹਦਾ ਮਤਲਬ ਕੀ ਹੋਇਆ, 1 ਤੇ ਅੱਧੀ ਦਾ 1.5। ਦੋਵਾਂ ਨੇ ਕੁੱਲ ਕਿੰਨੀਆਂ ਰੋਟੀਆਂ ਖਾਧੀਆਂ। ਪਿਆਰੇ ਵੈਸੇ 1 ਨੇ ਤਾਂ ਖਾਧੀ ਅੱਧੀ ਤੇ 1 ਨੇ ਖਾਧੀ 1.5, ਜਿਹਨੂੰ ਅਸੀਂ ਕਹਿੰਦੇ ਆ 3/2। 1 ਸਹੀ 1/2, ਯਾਨੀ ਕਿ 1.5 3 ਦਾ ਅੱਧ। ਹਰ ਸਮਾਨ ਹੈ, ਹਰ ਇੱਕ ਵਾਰੀ ਲਿਖਾਂਗੇ। 3 ਤੇ 1 ਉੱਤੇ ਅੰਸ਼ 4 ਹੋ ਗਿਆ, 2 ਨਾਲ ਕੱਟ ਕੇ 2। ਤਾਂ ਇਸ ਹਿਸਾਬ ਨਾਲ ਉਹ ਕੁੱਲ ਜਿਹੜਾ ਜੋੜ ਹੈ ਉਹ ਕਿੰਨਾ ਬਣ ਗਿਆ, 2। ਯਾਨੀ ਕਿ ਕਿਸੇ ਨੇ ਅੱਧੀ ਖਾਧੀ ਹੋਵੇ ਤੇ ਕਿਸੇ ਨੇ 1.5 ਖਾਧੀ ਹੋਵੇ, 1.5 ਤੇ ਅੱਧੀ 2 ਰੋਟੀਆਂ ਹੋ ਗਈਆਂ। ਕੁਐਸਚਨ ਨੰਬਰ 1 ਦਾ ਹੀ ਭਾਗ 8ਵਾਂ, ਸੰਖਿਆ 11 + 11/10 + 11/100 + 11/1000 ਦਾ ਦਸ਼ਮਲਵ ਰੂਪ ਲਿਖੋ। ਅਸਲ ਵਿੱਚ ਆਪਾਂ ਇਹਨਾਂ ਸਾਰੀਆਂ ਰਕਮਾਂ ਨੂੰ ਜਿਨ੍ਹਾਂ ਦਾ ਦਸ਼ਮਲਵ ਰੂਪ ਬਣ ਸਕਦਾ ਪਹਿਲਾਂ ਉਹ ਬਣਾਵਾਂਗੇ, ਫਿਰ ਜੋੜ ਕਰਾਂਗੇ। ਤਾਂ ਸਭ ਤੋਂ ਪਹਿਲੀ ਜਿਹੜੀ ਪਲੱਸ ਤੋਂ ਪਹਿਲਾਂ 11 ਹੈ, ਇਹਦਾ ਦਸ਼ਮਲਵ ਰੂਪ ਕੀ ਹੈ, 11 ਦਾ ਕੰਪਲੀਟ ਹੈ। ਅਗਰ ਇਹਦੇ 'ਚ ਦਸ਼ਮਲਵ ਰੂਪ ਬਣਾਉਣਾ ਹੋਵੇ ਤਾਂ ਐਂਡ ਤੇ ਦਸ਼ਮਲਵ ਲਾ ਕੇ ਪਿੱਛੇ ਸਿਰਫ ਸਿਫਰਾਂ ਹੀ ਲੱਗਣਗੀਆਂ। ਪਰ ਜਿਹੜੀ ਦੂਸਰੀ 11/10 ਹੈ, ਇਹਦੇ ਨਾਲ 1 ਸਿਫਰ ਹੈ ਹਰ ਦੇ ਵਿੱਚ। ਇਹਦਾ ਦਸ਼ਮਲਵ ਰੂਪ 1.1, ਜਿਹਨੂੰ ਅਸੀਂ ਲਿਖਾਂਗੇ 1.1। ਐਂਡ ਤੇ ਸਿਫਰਾਂ ਤੁਸੀਂ ਲੋੜ ਅਨੁਸਾਰ ਲਾ ਸਕਦੇ ਹੋ।
ਅਗਲੀ ਰਕਮ ਹੈ 11/100। ਇੱਥੇ ਇੱਕ ਦੇ ਨਾਲ 2 ਸਿਫਰ ਹੈ ਹਰ ਚ, ਤਾਂ ਇਹ ਬਣੇਗਾ 0.11। 0.11 ਐਂਡ ਚ ਸਿਫਰ ਲਾ ਲਈ। ਜਿਹੜੀ ਸੰਖਿਆ 11/1000 ਹੈ ਇਹ ਬਣੇਗੀ 0. ਅਸੀਂ 3 ਅੰਕ ਛੱਡਣੇ ਸੀ, 2 ਪਹਿਲਾਂ ਹੀ ਸੀ, ਇੱਕ ਅੱਗੇ ਸਿਫਰ ਲਾ ਕੇ ਇਹ ਬਣ ਗਿਆ 0.011। ਹੁਣ ਇਹਨਾਂ ਸਾਰਿਆਂ ਦਾ ਜੋੜ ਕਰਾਂਗੇ, ਇਹ ਬਣ ਜਾਊਗਾ 12.221, ਯਾਨੀ ਕਿ ਆਪਸ਼ਨ ਸੀ ਹੈ ਉਹ ਸਾਡਾ ਸਹੀ ਜਵਾਬ ਹੈ। ਭਾਗ 9ਵਾਂ, ਜੇਕਰ ਇੱਕ ਬੋਤਲ 5 ਕੋਕ ਦੀਆਂ ਬੋਤਲਾਂ ਦਰਸਾਉਂਦੀ ਹੈ ਤਾਂ 25 ਬੋਤਲਾਂ ਕਿਵੇਂ ਦਰਸਾਈਆਂ ਜਾਣਗੀਆਂ? ਇਹ ਇੱਕ ਬੋਤਲ 5 ਦੇ ਮੁਕਾਬਲਾ ਕਰਦੀ ਹੈ ਤੇ 2 ਬੋਤਲਾਂ 5 ਤੇ 5 10, ਆਪਾਂ 25 ਬਣਾਉਣੀਆਂ। 5 ਤੇ 5 10 ਤੇ 5 15 ਤੇ 5 20 ਤੇ 5 25। ਬੀ ਆਪਸ਼ਨ ਦੀਆਂ 5 ਬੋਤਲਾਂ 25 ਬੋਤਲਾਂ ਨੂੰ ਦਰਸਾਉਣਗੀਆਂ। ਭਾਗ 10ਵਾਂ, ਇੱਕ ਰੁਮਾਲ ਦੇ ਆਲੇ ਦੁਆਲੇ ਲੇਸ ਲਗਾਉਣ ਲਈ ਸਾਨੂੰ ਹੇਠ ਲਿਖਿਆਂ ਵਿੱਚੋਂ ਕੀ ਪਤਾ ਹੋਣਾ ਚਾਹੀਦਾ ਹੈ? ਜਿਹੜੀ ਲੇਸ ਲੱਗਦੀ ਹੈ ਉਹ ਕਿਨਾਰੇ ਤੇ ਲੱਗਦੀ ਹੈ ਤੇ ਕਿਨਾਰੇ ਦੀ ਕੁੱਲ ਮਾਪ ਨੂੰ ਪਰਿਮਾਪ ਕਹਿੰਦੇ ਆ, ਤਾਂ ਇਹਦਾ ਮਤਲਬ ਸਾਨੂੰ ਪਰਿਮਾਪ ਦਾ ਪਤਾ ਹੋਣਾ ਚਾਹੀਦਾ ਹੈ। ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਪਹਿਲਾ ਵਿਕਲਪ ਇਹੀ ਪਰਿਮਾਪ ਹੈ, ਇਹੀ ਸਹੀ ਹੋਏਗਾ। ਇਹ ਵੀ ਯਾਦ ਰੱਖਣਾ ਹੈ ਕਿ ਜੇ ਕੋਈ ਖੇਤ ਦੀ ਗੱਲ ਹੋ ਰਹੀ ਹੈ, ਖੇਤ ਤੇ ਵਾੜ ਲਵਾਉਣ ਦੀ ਗੱਲ, ਤਾਂ ਉਸ ਦਾ ਸੰਬੰਧ ਉਸ ਦੇ ਪਰਿਮਾਪ ਨਾਲ ਹੈ। ਤੇ ਜੇ ਖੇਤ ਵਿੱਚ ਕੁਝ ਬੀਜੇ ਜਾਣ ਦੀ ਗੱਲ ਕੀਤੀ ਜਾਂ ਹਲ ਵਾਹੁਣ ਦੀ ਗੱਲ ਕੀਤੀ ਹੈ ਤਾਂ ਹਲ ਖੇਤਰਫਲ 'ਚ ਵਾਹਿਆ ਜਾਂਦਾ, ਫਿਰ ਸਾਨੂੰ ਉਸ ਦਾ ਖੇਤਰਫਲ ਪਤਾ ਹੋਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਜਿਹੜਾ ਹੈਗਾ 11ਵਾਂ, ਇੱਕ ਪੇਟੀ ਵਿੱਚ 50 ਅੰਬ ਹਨ, ਜੇਕਰ ਪੇਟੀਆਂ ਦੀ ਸੰਖਿਆ 20 ਹੋਵੇ ਤਾਂ ਅੰਬਾਂ ਦੀ ਕੁੱਲ ਸੰਖਿਆ। ਇਹ ਗੁਣਾ ਦਾ ਸਵਾਲ ਹੈ। ਇੱਕ ਪੇਟੀ ਵਿੱਚ ਕਿੰਨੇ ਹੈ ਉਹ ਆਪਾਂ ਨੂੰ ਪਤਾ ਹੈ 50, ਤੇ ਪੇਟੀਆਂ ਕਿੰਨੀਆਂ 20 ਤੇ 50 ਦੀ ਗੁਣਾ, ਤਾਂ 50 ਗੁਣਾ 20 ਨੂੰ ਅਸੀਂ 50 ਲਿਖਦੇ ਹਾਂ। ਇਸ ਕਰਕੇ ਇੱਥੇ ਸੀ ਆਪਸ਼ਨ ਹੈ ਜਿਹੜੀ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 1 ਦਾ ਹੀ 12ਵਾਂ ਭਾਗ, ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਅਨੁਪਾਤ ਵਿੱਚ ਹਨ? ਜਦੋਂ ਸਾਡੇ ਕੋਲੇ 4 ਰਕਮਾਂ ਹੋਣ, ਉਹਨਾਂ ਚਾਰਾਂ ਦੇ ਵਿੱਚ ਕੌਮੇ ਪਾ ਕੇ ਲਿਖਿਆ ਹੋਵੇ ਤਾਂ 2 ਰਕਮਾਂ ਤਾਂ ਅੰਦਰਲੀਆਂ ਅਖਵਾਉਂਦੀਆਂ ਤੇ 2 ਬਾਹਰਲੀਆਂ ਅਖਵਾਉਂਦੀਆਂ। ਬਾਹਰਲਿਆਂ ਨੂੰ ਵੱਖਰੀ ਗੁਣਾ ਕਰੋ, ਅੰਦਰਲੀਆਂ ਦੋਹਾਂ ਨੂੰ ਵੱਖਰੀ ਗੁਣਾ ਕਰਕੇ ਜੇ ਉਹਨਾਂ ਦਾ ਗੁਣਨਫਲ ਸਮਾਨ ਆ ਜੇ ਤਾਂ ਉਹ ਚਾਰੇ ਰਕਮਾਂ ਸਮਾਨ ਅਨੁਪਾਤ ਵਿੱਚ ਹੋਣਗੀਆਂ। ਇੱਥੇ ਜਿਹੜੀ ਸਾਡੀ ਤੀਸਰੀ ਆਪਸ਼ਨ ਹੈ, ਬਾਹਰਲੀ ਰਕਮ 5 ਹੈ ਤੇ 12 ਹੈ, 5 ਨੂੰ 12 ਨਾਲ ਗੁਣਾ ਕਰਾਂਗੇ, 5 ਗੁਣਾ 12 ਵੀ ਕਿੰਨਾ ਆਏਗਾ 60, ਤੇ ਅੰਦਰ 6 ਤੇ 10 ਦੀ ਗੁਣਾ ਉਹ ਵੀ ਕਿੰਨਾ ਆਏਗਾ 60। ਇਸ ਕਰਕੇ ਇਹ ਚਾਰੇ ਰਕਮਾਂ ਵਾਲੇ ਜਿਹੜਾ ਵਿਕਲਪ ਹੈ ਸੀ, ਇਹ ਸਹੀ ਉੱਤਰ ਹੋਏਗਾ। ਅਗਲਾ ਭਾਗ ਜਿਹੜਾ ਹੈਗਾ 13ਵਾਂ, ਇੱਕ ਬੱਸ ਦੁਆਰਾ 126 ਕਿਲੋਮੀਟਰ ਦੀ ਦੂਰੀ 3 ਘੰਟਿਆਂ ਵਿੱਚ ਤੈਅ ਕੀਤੀ ਜਾਂਦੀ ਹੈ ਤੇ ਇੱਕ ਰੇਲ ਗੱਡੀ ਦੁਆਰਾ 315 ਕਿਲੋਮੀਟਰ ਦੀ ਦੂਰੀ 5 ਘੰਟਿਆਂ ਵਿੱਚ ਤੈਅ ਕੀਤੀ ਜਾਂਦੀ ਹੈ। ਦੋਹਾਂ ਦੀ ਗਤੀ ਦਾ ਅਨੁਪਾਤ ਪਤਾ ਕਰੋ। ਪਹਿਲਾਂ ਆਪਾਂ ਗਤੀ ਪਤਾ ਕਰਾਂਗੇ। ਗਤੀ ਕੀ ਹੁੰਦੀ ਹੈ? ਦੂਰੀ ਡਿਵਾਈਡਡ ਬਾਏ ਸਮਾਂ। ਜਦੋਂ ਦੂਰੀ ਨੂੰ ਸਮੇਂ ਨਾਲ ਵੰਡ ਲਈਏ ਤਾਂ ਉਹ ਗਤੀ ਬਣ ਜਾਂਦੀ ਹੈ। ਅਸੀਂ ਦੋਹਾਂ ਦੀ ਗਤੀ ਬਣਾਵਾਂਗੇ, ਗਤੀ ਬਟੇ ਗਤੀ ਉਹ ਅਨੁਪਾਤ ਬਣ ਜੂ। ਤਾਂ ਪਹਿਲੀ ਗਤੀ ਜਿਹੜੀ ਹੈਗੀ ਆ ਉਹ ਹੈ ਬੱਸ ਦੀ 126, ਯਾਨੀ ਕਿ 126/3, ਕਿਉਂ? ਉਹਦਾ ਸਮਾਂ 3 ਘੰਟੇ ਹੈ। 3 ਚੌਕੀ 12 ਤੇ 3 ਦੂਣੀ 6, ਯਾਨੀ ਕਿ ਗਤੀ ਬਣ ਗਈ 42 ਕਿਲੋਮੀਟਰ ਪ੍ਰਤੀ ਘੰਟਾ। ਇਸੇ ਤਰ੍ਹਾਂ 315 ਕਿਲੋਮੀਟਰ ਗੱਡੀ ਚੱਲੀ ਹੈ ਤੇ ਉਹਨੇ ਸਮਾਂ ਲਾਇਆ 5 ਘੰਟੇ, 5 6 30, 5 30 15, ਉਹਦੀ ਜਿਹੜੀ ਗਤੀ ਹੈ 63 ਕਿਲੋਮੀਟਰ ਪ੍ਰਤੀ ਘੰਟਾ ਹੈ। ਤਾਂ ਪਿਆਰੇ ਵਿਦਿਆਰਥੀਓ, ਦੋਹਾਂ ਦੀ ਗਤੀ, ਇੱਕ ਦੀ ਗਤੀ ਬਣ ਗਈ 42 ਕਿਲੋਮੀਟਰ ਪ੍ਰਤੀ ਘੰਟਾ, ਦੂਜੇ ਦੀ ਬਣ ਗਈ ਗੱਡੀ ਦੀ, ਰੇਲ ਗੱਡੀ ਦੀ 63 ਕਿਲੋਮੀਟਰ ਪ੍ਰਤੀ ਘੰਟਾ। 21 ਦੇ ਪਹਾੜੇ 'ਚ ਫੇਰ ਕੱਟਿਆ ਜਾਊਗਾ, 21 ਦੂਣ 42 ਤੇ 21 ਤੀਆ 63, ਯਾਨੀ ਕਿ ਅਨੁਪਾਤ 2:3। ਇੱਥੇ ਸਾਡੇ ਕੋਲੇ ਜਿਹੜੇ ਉੱਤਰ ਹੈਗੇ ਆ ਉਹਦੇ 'ਚ ਡੀ ਆਪਸ਼ਨ ਆ ਜਿਹੜਾ ਉਹ ਸਹੀ ਜਵਾਬ ਹੋਏਗਾ। ਇਸੇ ਪ੍ਰਸ਼ਨ ਦਾ ਅਗਲਾ ਭਾਗ ਜਿਹੜਾ ਹੈਗਾ 14ਵਾਂ, ਇੱਕ ਰੇਖਾ ਖੰਡ ਆਈਪੀ ਬਿੰਦੂ ਟੀ ਤੇ ਸਮਦੁਭਾਜਿਤ ਹੁੰਦਾ ਹੈ। ਆਪਾਂ ਇੱਕ ਰਫ ਜਿਹਾ ਚਿੱਤਰ ਬਣਾਉਣੇ ਆ। ਆਹ ਰੇਖਾ ਖੰਡ ਹੈ, ਇਹਦਾ ਨਾਂ ਉਹਨਾਂ ਨੇ ਕਿਹਾ ਆਈਪੀ। ਇੱਕ ਪਾਸੇ ਆਈ ਲਿਖ ਲਾਂਗੇ, ਦੂਜੇ ਪਾਸੇ ਪੀ ਲਿਖ ਲਾਂਗੇ। ਜਿੱਥੇ ਇਹਦਾ ਅੱਧ ਹੁੰਦਾ ਹੈ ਉਹ ਕਿਹੜਾ ਬਿੰਦੂ ਕਰਦਾ? ਟੀ। ਅੱਧ ਵਾਲੇ ਬਿੰਦੂ ਦਾ ਨਾਂ ਰੱਖ ਲਿਆ ਟੀ। ਹੁਣ ਆਈ ਤੋਂ ਲੈ ਕੇ ਟੀ ਤੱਕ ਜਿਹੜਾ ਟੁਕੜਾ ਹੈ ਓਨਾ ਹੀ ਟੁਕੜਾ ਹੋਏਗਾ ਟੀ ਤੋਂ ਲੈ ਕੇ ਪੀ ਤੱਕ। ਉਹਨਾਂ ਨੇ ਪੁੱਛਿਆ ਕਿ ਹੇਠ ਲਿਖਿਆ ਵਿੱਚੋਂ ਆਈ ਟੀ ਦੇ ਬਰਾਬਰ
TP ਹੋਣਾ ਚਾਹੀਦਾ ਹੈ। ਤਾਂ TP ਕਿਹੜੇ ਆ? B ਆਪਸ਼ਨ ਆ ਜਿਹੜਾ ਉਹ ਸਹੀ ਜਵਾਬ। ਅਗਲਾ ਭਾਗ ਜਿਹੜਾ ਹੈ 15ਵਾਂ, ਦੋ ਰੇਖਾਵਾਂ ਇੱਕ ਦੂਜੇ ਉੱਤੇ ਲੰਬ ਹੁੰਦੀਆਂ ਹਨ ਜੇਕਰ ਉਹ ਡੈਸ਼ ਕੋਣ ਤੇ ਮਿਲਣ। 90 ਡਿਗਰੀ ਦੇ ਕੋਣ ਤੇ ਜਦੋਂ ਦੋ ਰੇਖਾਵਾਂ ਆਪਸ ਵਿੱਚ ਮਿਲਦੀਆਂ ਹੈ ਤਾਂ ਉਹ ਲੰਬ ਹੁੰਦੀਆਂ। B ਆਪਸ਼ਨ ਜਿਹੜਾ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 1 ਦਾ 16ਵਾਂ ਭਾਗ ਹੇਠ ਲਿਖਿਆਂ ਵਿੱਚੋਂ 1 ਰੁਪਏ ਦਾ 50 ਪੈਸੇ ਨਾਲ ਅਨੁਪਾਤ ਕਿਹੜਾ ਹੈ? ਜਦੋਂ ਵੀ ਆਪਾਂ ਅਨੁਪਾਤ ਪਤਾ ਕਰਨਾ ਹੁੰਦਾ ਹੈ ਤਾਂ ਜਿਹੜੀਆਂ ਸਾਡੇ ਕੋਲ ਰਕਮਾਂ ਹੁੰਦੀਆਂ ਉਹਦੇ ਨਾਲ ਇਕਾਈਆਂ ਲੱਗੀਆਂ ਹੁੰਦੀਆਂ ਉਹ ਸਮਾਨ ਕਰਨੀਆਂ। 50 ਦੇ ਨਾਲ ਪੈਸੇ ਲਿਖਿਆ ਸੀ, 1 ਦੇ ਨਾਲ ਰੁਪਏ ਸੀ, 1 ਨੂੰ ਵੀ ਰੁਪਏ ਨੂੰ ਪੈਸੇ ਬਦਲਿਆ ਤਾਂ ਉਹ 100 ਪੈਸੇ ਬਣ ਗਿਆ। ਹੁਣ ਪੈਸੇ ਨਾਲ ਪੈਸੇ ਕੱਟ ਕੇ ਥੱਲੇ 50 ਏਕਮ 50 ਤੇ 50 ਦੂਣੀ 100, ਉੱਤੇ 2 ਆ ਗਿਆ, ਥੱਲੇ 1 2 ਅਨੁਪਾਤ 1 ਯਾਨੀ ਕਿ ਆਪਸ਼ਨ ਜਿਹੜੀ B ਆ ਉਹ ਸਹੀ ਜਵਾਬ ਹੈ। ਕੁਐਸਚਨ ਨੰਬਰ 2, ਇਸ ਦੇ 8 ਭਾਗ ਹਨ, ਹਰੇਕ ਲਈ 1 ਅੰਕ ਹੈ। ਆਪਾਂ ਸਹੀ ਜਾਂ ਗਲਤ ਵਿੱਚੋਂ ਇੱਕ ਦੀ ਚੋਣ ਕਰਨੀ ਹੈ। 69 ਯਾਨੀ ਕਿ 69 ਦਾ ਰੋਮਨ ਅੰਕ L ਤੋਂ ਬਾਅਦ 2 ਵਾਰੀ X ਲਿਖ ਕੇ ਅੱਗੇ 1 ਪਾਇਆ, ਇਹ ਗਲਤ ਹੈ। ਐਕਚੁਅਲੀ L 50 ਫਿਰ 10 ਫਿਰ 9 ਬਣਾਉਣ ਲਈ I ਪਹਿਲਾਂ ਹੋ ਕੇ ਇਹ X, ਇਸ ਤਰੀਕੇ ਨਾਲ ਜੇ ਹੁੰਦਾ ਤਾਂ ਸਹੀ ਹੈ। ਇਸ ਵੇਲੇ ਜਿਹੜਾ ਇਹ ਲਿਖਿਆ ਇਹ ਕੀ ਹੈ? ਗਲਤ ਹੈ। ਇੱਕ ਦਿਨ 24 ਗੁਣਾ 60 ਮਿੰਟ ਦੇ ਬਰਾਬਰ ਹੁੰਦਾ ਹੈ, ਸਹੀ ਹੈ, ਕਿਉਂਕਿ 60 ਮਿੰਟ ਦਾ 1 ਘੰਟਾ ਹੁੰਦਾ ਹੈ। ਆਪਾਂ ਇਹਨੂੰ 24 ਤੋਂ ਬਾਅਦ 1 ਘੰਟਾ ਮੰਨ ਲਓ ਤਾਂ 24 ਘੰਟੇ ਬਣ ਗਿਆ, ਇਹਦਾ ਮਤਲਬ ਇਹ ਸਹੀ ਹੈ। ਇਸੇ ਹੀ ਪ੍ਰਸ਼ਨ ਦਾ ਤੀਸਰਾ ਭਾਗ 1 ਅਤੇ 20 ਵਿਚਕਾਰ 10 ਭਾਜ ਸੰਖਿਆਵਾਂ ਹੁੰਦੀਆਂ ਹਨ, ਸਹੀ ਗਲਤ ਦੱਸਣਾ ਹੈ। ਆਪਾਂ ਇਹਦੇ ਲਈ ਪ੍ਰੈਕਟੀਕਲ ਕਰ ਸਕਦੇ ਹਾਂ। 1 ਨੂੰ ਛੱਡ ਦਿਓ ਤੇ 20 ਨੂੰ ਛੱਡ ਦਿਓ, ਇਹਨਾਂ ਦੇ ਵਿੱਚ ਭਾਜ ਸੰਖਿਆਵਾਂ ਲੱਭਣੀਆਂ। 2 ਅਭਾਜ ਹੈ, 3 ਅਭਾਜ ਹੈ, 4 ਭਾਜ ਹੈ, ਇੱਕ ਟਿਕ ਲਗਾ ਲਈ, 6 ਭਾਜ ਹੈ, 8 ਵੀ ਭਾਜ ਹੈ, 9 ਵੀ ਭਾਜ ਹੈ, 10 ਵੀ ਭਾਜ ਹੈ, ਫਿਰ 12 ਭਾਜ ਹੈ, 14 ਭਾਜ, 15 ਭਾਜ, 16 ਭਾਜ, ਫਿਰ 18 ਭਾਜ, 19 ਅਭਾਜ ਹੈ। ਆਪਾਂ ਹੁਣ ਗਿਣ ਲਓ, 1 2 3 4 5 6, 6 ਤੋਂ ਬਾਅਦ ਸਾਡੇ ਕੋਲੇ ਆ ਗਿਆ 7 8 9 ਤੇ ਆ ਕੀ ਹੋ ਗਿਆ 10। ਇਹ 10 ਸੰਖਿਆਵਾਂ ਜਿਹੜੀਆਂ ਸੱਚਮੁੱਚ ਭਾਜ ਨੇ। ਇਹਦਾ ਮਤਲਬ ਇਹ ਜਿਹੜਾ ਉੱਤਰ ਹੈ 1 ਤੋਂ 20 ਵਿਚਕਾਰ 10 ਭਾਜ ਸੰਖਿਆਵਾਂ ਹੁੰਦੀਆਂ, ਇਹ ਕੀ ਹੋ ਗਿਆ? ਸਹੀ। ਕੁਐਸਚਨ ਨੰਬਰ 2 ਦਾ ਭਾਗ ਚੌਥਾ, 2 ਬਿੰਦੂਆਂ ਵਿੱਚੋਂ 2 ਰੇਖਾਵਾਂ ਲੰਘਦੀਆਂ ਹਨ, ਗਲਤ ਹੈ। 2 ਬਿੰਦੂਆਂ ਵਿੱਚੋਂ ਸਿਰਫ ਇੱਕ ਹੀ ਰੇਖਾ ਲੰਘ ਸਕਦੀ ਹੈ। ਘੜੀ ਦੀ ਘੰਟਿਆਂ ਵਾਲੀ ਸੂਈ 12 ਤੋਂ 6 ਤੱਕ ਚੱਲਦੀ ਹੈ ਤਾਂ 2 ਸਮਕੋਣ ਬਣਾਉਂਦੀ ਹੈ, ਬਿਲਕੁਲ ਸਹੀ। 12 ਤੋਂ 6 ਉਹ ਇੱਕ ਸਰਲ ਰੇਖਾ ਹੀ ਬਣ ਜਾਂਦੀ ਹੈ। 12 ਤੋਂ ਚੱਲਦੀ ਹੈ, ਫਿਰ ਚਲਦੀ ਚਲਦੀ 6 ਤੇ ਪਹੁੰਚ ਜੇ ਤਾਂ ਉਹ ਜਿਹੜਾ ਸਫ਼ਰ ਤੈਅ ਕਰੇਗੀ ਉਹ 2 ਸਮਕੋਣਾਂ ਜਿੰਨਾ ਹੁੰਦਾ ਹੈ, ਇਹ ਸਹੀ ਜਵਾਬ ਹੈ। ਇਸੇ ਦਾ ਹੀ ਭਾਗ ਆ ਗਿਆ 6ਵਾਂ, -8 ਡਿਗਰੀ ਸੈਲਸੀਅਸ ਤੋਂ -15 ਡਿਗਰੀ ਸੈਲਸੀਅਸ ਵੱਧ ਤਾਪਮਾਨ ਦੇ ਉਛਾਲ ਨੂੰ ਦਰਸਾਉਂਦਾ ਹੈ, ਬਿਲਕੁਲ ਸਹੀ ਹੈ। ਜਦੋਂ ਅਸੀਂ 2 ਮਾਈਨਸ ਵਾਲੀਆਂ ਰਕਮਾਂ ਦੀ ਤੁਲਨਾ ਕਰਦੇ ਹਾਂ ਤਾਂ ਜਿਹੜੀ ਰਕਮ ਦੇਖਣ 'ਚ ਐਕਚੁਅਲੀ ਛੋਟੀ ਲੱਗਦੀ ਹੈ ਉਹ ਵੱਡੀ ਹੁੰਦੀ ਹੈ। ਇਸ ਕਰਕੇ -8 ਡਿਗਰੀ ਸੈਲਸੀਅਸ ਜਿਹੜਾ ਹੈ ਉਹ ਇਹਦੇ ਨਾਲੋਂ ਵੱਧ ਹੈ, ਇਸ ਕਰਕੇ ਇਸ ਨੂੰ ਸਹੀ ਕਹਾਂਗੇ। ਕੁਐਸਚਨ ਨੰਬਰ 2 ਦਾ ਭਾਗ 7ਵਾਂ, 6 ਘੰਟੇ ਇੱਕ ਦਿਨ ਦੀ ਭਿੰਨ ਬਣਾਉਣੀ ਹੈ। 6 ਘੰਟੇ ਆਪਾਂ ਉੱਪਰ ਲਿਖ ਲਈਏ, ਥੱਲੇ ਦਿਨ ਹੈ, ਦਿਨ ਦੇ ਵੀ ਘੰਟੇ ਬਣਾਉਣੇ ਪੈਣਗੇ, ਉਹ ਹੁੰਦੇ ਆ 24। ਜੇ ਇਹਨੂੰ ਕੱਟੀਏ 6 × 6, 6 ਚੌਕਾ 24, ਤਾਂ ਜਿਹੜੀ ਭਿੰਨ ਪ੍ਰਾਪਤ ਹੋਈ ਉਹ ਕਿਹੜੀ ਹੋਈ? 1/4। ਇਹ ਕਹਿੰਦੇ 1/6 ਹੈ, ਇਹਦਾ ਮਤਲਬ ਇਹ ਗਲਤ ਹੈ। ਕੁਐਸਚਨ ਨੰਬਰ 2 ਦਾ 8ਵਾਂ ਭਾਗ, ਇੱਕ ਤਾਰ ਦਾ ਟੁਕੜਾ 12 ਸੈਂਟੀਮੀਟਰ ਲੰਬਾ ਹੈ, ਉਸ ਨੂੰ ਮੋੜ ਕੇ ਵਰਗ ਬਣਾਇਆ ਗਿਆ ਹੈ, ਯਾਨੀ ਕਿ ਇੱਕ 12 ਸੈਂਟੀਮੀਟਰ ਲੰਬੀ ਸਿੱਧੀ ਤਾਰ ਹੈ। ਜਦੋਂ ਉਹਨੂੰ ਵਰਗ ਬਣਾਵਾਂਗੇ ਤਾਂ ਉਹ ਇਸ ਸ਼ੇਪ ਦਾ ਬਣੂਗਾ। ਇਹਦਾ ਮਤਲਬ ਉਹ 12 ਸੈਂਟੀਮੀਟਰ ਤਾਰ 4 ਹਿੱਸਿਆਂ 'ਚ ਵੰਡੀ ਜਾਊਗੀ, 1 2 3 4। ਉਹ ਚਾਰੇ ਹਿੱਸੇ ਬਰਾਬਰ ਹੋਣਗੇ ਤਾਂ 12 ਨੂੰ 4 ਤੇ ਵੰਡ ਕੇ 3 ਸੈਂਟੀਮੀਟਰ ਦੇ ਸਾਰੇ ਹਿੱਸੇ ਬਣ ਗਏ। ਵਰਗ ਦੀਆਂ ਚਾਰੇ ਭੁਜਾਵਾਂ 3 ਸੈਂਟੀਮੀਟਰ ਦੀਆਂ। ਅਗਰ ਇਹਦਾ ਖੇਤਰਫਲ ਕੱਢਾਂਗੇ ਤਾਂ ਉਹ ਭੁਜਾ ਗੁਣਾ ਭੁਜਾ ਤਿਓ 9, ਤਾਂ ਯਾਨੀ ਕਿ ਖੇਤਰਫਲ ਹੋਣਾ ਚਾਹੀਦਾ 9 ਵਰਗ ਸੈਂਟੀਮੀਟਰ। ਪਰ ਇੱਥੇ ਕੀ ਕਹਿੰਦੇ ਆ? ਇੱਥੇ ਕੀ ਹੈ? ਵਰਗ ਦਾ ਖੇਤਰਫਲ 48 ਵਰਗ ਸੈਂਟੀਮੀਟਰ ਹੋਵੇਗਾ, ਜੋ ਕਿ ਗਲਤ ਹੈ। ਸ਼ੁਰੂ ਕਰਦੇ ਹਾਂ ਕੁਐਸਚਨ ਨੰਬਰ 3, ਜਿਸ ਦੇ 8 ਭਾਗ ਨੇ।
ਅਸੀਂ ਖਾਲੀ ਸਥਾਨ ਭਰਨੇ ਆ, ਹਰੇਕ ਲਈ 1 ਅੰਕ ਹੋਵੇਗਾ। ਨੰਬਰ 1, ਬਗੈਰ ਦੁਹਰਾਉਂਦੇ ਹੋਏ ਅੰਕਾਂ 3 0 9 1 9 ਵਰਤ ਕੇ 4 ਅੰਕਾਂ ਦੀ ਡੈਸ਼ ਸਭ ਤੋਂ ਵੱਡੀ ਸੰਖਿਆ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਸਭ ਤੋਂ ਵੱਡਾ ਅੰਕ ਪਹਿਲਾਂ ਲਿਖਾਂਗੇ, ਉਸ ਤੋਂ ਛੋਟਾ ਉਸ ਤੋਂ ਬਾਅਦ, ਫਿਰ ਉਸ ਤੋਂ ਛੋਟਾ, ਯਾਨੀ ਕਿ ਘੱਟ ਦੇ ਕ੍ਰਮ ਵਿੱਚ ਜਦੋਂ ਅੰਕ ਲਿਖਾਂਗੇ ਤਾਂ ਉਹ ਸਭ ਤੋਂ ਵੱਡੀ ਸੰਖਿਆ ਪ੍ਰਾਪਤ ਹੋਊਗੀ। ਉਹਦੇ ਨਾਲ 9310 ਯਾਨੀ ਕਿ 9310 9310 ਜਿਹੜਾ ਉਹ ਸਹੀ ਉੱਤਰ ਹੈ, ਕਿਉਂਕਿ ਬਿਨਾਂ ਦੁਹਰਾਉਂਦੇ ਹੋਏ ਲਿਖਾਂਗੇ ਤਾਂ ਅੰਤ ਵਿੱਚ 0 ਹੀ ਆਏਗੀ। ਇੱਥੇ ਏਕਾ ਦੁਹਰਾਇਆ ਗਿਆ, ਇਹ ਗਲਤ ਹੈ, ਤਾਂ ਜਿਹੜਾ 9310 ਹੈ ਉਹ ਸਹੀ ਜਵਾਬ ਹੈ। ਇਸ ਦੇ ਦੂਜੇ ਭਾਗ ਵਿੱਚ ਸਾਡੇ ਕੋਲ ਆ 2 ਸੰਖਿਆਵਾਂ ਹੈ। ਇਹਨਾਂ ਦੋਨਾਂ ਵਿੱਚੋਂ ਅਸੀਂ ਇੱਕ ਸੰਖਿਆ ਨੂੰ ਖਾਲੀ ਸਥਾਨ 'ਚ ਭਰਨਾ ਹੈ, ਪਰ ਕਿਹੜੀ ਹੋਵੇ ਉਹ? ਜਿਹੜੀ 3 ਨਾਲ ਪੂਰੀ ਤਰ੍ਹਾਂ ਵੰਡੀ ਜਾਵੇ। ਤਾਂ ਜਿਹਦੇ ਅੰਕਾਂ ਦਾ ਜੋੜ 3 ਤੇ ਵੰਡਿਆ ਜਾਂਦਾ ਹੈ ਉਹੀ ਸੰਖਿਆ 3 ਤੇ ਭਾਗਯੋਗ ਹੁੰਦੀ ਹੈ। 3 ਤੇ 2 5 ਤੇ 1 6, ਬਿਲਕੁਲ 6 3 ਦੇ ਪਹਾੜੇ 'ਚ ਆਉਂਦਾ ਹੈ। ਇਸ ਕਰਕੇ ਜਿਹੜੀ 123 ਹੈ ਉਹ ਸੰਖਿਆ 3 ਨਾਲ ਪੂਰੀ ਤਰ੍ਹਾਂ ਭਾਜਯੋਗ ਹੈ, ਦੂਜੀ ਸੰਖਿਆ ਨਹੀਂ ਹੈ। ਤੀਸਰਾ ਭਾਗ, ਚੱਕਰ ਦੀ ਸਭ ਤੋਂ ਵੱਡੀ ਜੀਵਾ ਡੈਸ਼ ਖਵਾਉਂਦੀ ਹੈ, ਵਿਆਸ। ਬਿਲਕੁਲ ਸਹੀ ਹੈ, ਇੱਥੇ ਆਊਗਾ ਸਾਡਾ, ਵੱਡੀ ਜੀਵਾ ਨੂੰ ਅਸੀਂ ਵਿਆਸ ਕਹਿੰਦੇ ਆ। ਅਗਲਾ ਕੁਐਸਚਨ ਹੈ ਚੌਥਾ, 90 ਤੋਂ ਛੋਟੇ ਕੋਣ ਨੂੰ ਨਿਊਨ ਕੋਣ ਕਹਿੰਦੇ ਹਨ। ਸਾਡੇ ਕੋਲੇ ਸਮਕੋਣ ਤੇ ਨਿਊਨ ਕੋਣ ਸੀ, ਨਿਊਨ ਕੋਣ ਵਾਲੀ ਆਪਸ਼ਨ ਸਹੀ ਹੈ। ਇੱਕ ਪੰਜਭੁਜ ਦਾ ਪਰਿਮਾਪ 100 ਸੈਂਟੀਮੀਟਰ ਹੈ, ਇੱਥੇ ਰਕਮ ਸਹੀ ਹੋਣੀ ਚਾਹੀਦੀ ਹੈ, ਇੱਥੇ ਸਮ ਪੰਜਭੁਜ ਚਾਹੀਦਾ ਹੈ। ਸਮ ਪੰਜਭੁਜ ਦਾ ਮਤਲਬ ਹੁੰਦਾ ਸਾਰੀਆਂ ਭੁਜਾਵਾਂ ਬਰਾਬਰ ਹੋਣ, ਤਾਂ ਉਸ ਨੂੰ ਸਮ ਪੰਜਭੁਜ ਕਹਿੰਦੇ ਆ। ਤਾਂ ਉਸ ਦਾ ਅਗਰ ਪਰਿਮਾਪ 100 ਹੈ ਤਾਂ 5 ਤੇ ਵੰਡ ਕੇ ਹਰੇਕ ਭੁਜਾ ਦਾ ਮਾਪ ਆ ਜਾਊਗਾ 20, ਯਾਨੀ ਕਿ ਇਹਨਾਂ ਚੋਂ 20 ਵਾਲਾ ਜਿਹੜਾ ਉੱਤਰ ਹੈ ਸਾਡਾ ਉਹ ਸਹੀ ਜਵਾਬ ਹੈ। ਇਸ ਤੋਂ ਅੱਗੇ 6ਵਾਂ ਜਿਹੜਾ ਭਾਗ ਹੈ ਪ੍ਰਸ਼ਨ ਨੰਬਰ 3 ਦਾ, ਡੈਸ਼ ਵਿਅੰਜਕ A ਤੋਂ 3 ਘੱਟ ਹੈ। A ਅੱਗੇ ਲਿਖਿਆ ਹੋਵੇ ਤੇ 3 ਘਟਾਏ ਹੋਣ, ਉਹ ਵਿਅੰਜਕ ਹੀ A ਤੋਂ 3 ਘੱਟ ਹੋਏਗਾ। ਤਾਂ ਇੱਥੇ A- 3 ਵਾਲਾ ਜਿਹੜਾ ਹੈ ਉਹ ਸਹੀ ਵਿਕਲਪ ਹੋਏਗਾ। ਇਸ ਤੋਂ ਅਗਲੇ ਪ੍ਰਸ਼ਨ ਦੇ ਜਿਹੜਾ ਭਾਗ ਹੈ ਸਾਡਾ 7ਵਾਂ, ਤ੍ਰਿਭੁਜ ਕਿੰਨੇ ਨੇ? 1 2 3 4। ਤਾਰਿਆਂ ਦੀ ਸੰਖਿਆ ਕਿੰਨੀ ਹੈ? ਗਿਣ ਲਓ, 1 2 3 4 5। ਤਾਂ 4 ਤ੍ਰਿਭੁਜ ਅਨੁਪਾਤ 5 ਤਾਰੇ, ਯਾਨੀ ਕਿ ਪਹਿਲਾ ਜਿਹੜਾ 4,5 ਵਾਲਾ ਅਨੁਪਾਤ ਹੈ ਇਹ ਸਹੀ ਹੈ, ਕਿਉਂਕਿ ਪਹਿਲਾਂ ਤ੍ਰਿਭੁਜ ਦੀ ਗੱਲ ਕੀਤੀ ਹੈ ਤਾਂ ਬਿੰਦੀਆਂ ਤੋਂ ਪਹਿਲਾਂ ਤ੍ਰਿਭੁਜ ਹੀ ਹੋਣਾ ਚਾਹੀਦਾ ਹੈ। ਬਾਅਦ ਚ ਤਾਰਿਆਂ ਦੀ ਗੱਲ ਕੀਤੀ ਹੈ, ਤਾਰੇ 5 ਹੈ, ਇਹਦਾ ਮਤਲਬ 4,5 ਵਾਲਾ ਅਨੁਪਾਤ ਜਿਹੜਾ ਉਹ ਸਹੀ ਹੈ। ਇਸੇ ਹੀ ਪ੍ਰਸ਼ਨ ਦਾ ਭਾਗ 8ਵਾਂ, ਇੱਕ ਚਤੁਰਭੁਜ ਬਣਾਉਣ ਲਈ ਕਿੰਨੇ ਘੱਟੋ ਘੱਟ ਡੈਸ਼ ਸੈੱਟ ਸਕੁਅਰਾਂ ਦੀ ਵਰਤੋਂ ਕੀਤੀ ਜਾਂਦੀ ਹੈ? ਪਿਆਰੇ ਵਿਦਿਆਰਥੀਓ, ਜਿਹਨੂੰ ਆਪਾਂ ਸੈੱਟ ਸਕੁਅਰ ਕਹਿੰਦੇ ਆ ਨਾ, ਐਕਚੁਅਲੀ ਤਾਂ ਉਹ ਤਿਕੋਣਾ ਹੀ ਹੁੰਦੀਆਂ। ਤਾਂ ਜਿਹੜੀਆਂ ਤਿਕੋਣਾ ਇੱਕ ਨਾਲ ਦੀਆਂ ਆਪਾਂ 2 ਲੈ ਲਈਏ ਤਾਂ ਉਹਨਾਂ ਨੂੰ ਅਗਰ ਆਪਾਂ ਜੋੜਦੇ ਆ ਦੋਵਾਂ ਨੂੰ ਹੀ, ਤਾਂ ਦੋਵਾਂ ਨਾਲ ਹੀ ਇੱਕ ਚਤੁਰਭੁਜ ਸਾਡੀ ਤਿਆਰ ਹੋ ਜਾਂਦੀ ਹੈ। ਤਾਂ ਇੱਥੇ ਆਪਾਂ ਨੂੰ 3 ਦੀ ਲੋੜ ਨਹੀਂ, ਇੱਥੇ ਆਪਾਂ 2 ਲਿਖ ਕੇ ਜਿਹੜਾ ਹੈ ਉਹ ਸਹੀ ਜਵਾਬ ਬਣਾਵਾਂਗੇ। ਇਸ ਦੇ ਨਾਲ ਹੀ ਜਿਹੜੇ ਸਾਡੇ ਊੜਾ ਭਾਗ ਦੇ 1-1 ਅੰਕਾਂ ਵਾਲੇ ਸਾਰੇ ਪ੍ਰਸ਼ਨ ਹੈ ਉਹ ਇੱਥੇ ਸਮਾਪਤ ਹੁੰਦੇ ਆ। ਇਸ ਤੋਂ ਬਾਅਦ ਦੇ ਪ੍ਰਸ਼ਨਾਂ ਦੇ ਲਈ ਵੀਡੀਓ ਦਾ ਇੰਤਜ਼ਾਰ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ।